ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਪ ਜੀ। ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਆਓ ਮਨੋਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ ਬੁਲੰਦ, ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਦੂਜਾ। ਅੱਠੀ ਪਹਿਰੀ ਅੱਠ ਖੰਡ ਨਾਵਾਂ ਖੰਡ ਸਰੀਰ, ਤਿਸ ਵਿੱਚ ਨੌ ਨਿਧ ਨਾਮ ਏਕ ਭਾਲੈ ਗੁਣੀ ਗਹੀਰ। ਅੱਠੀ ਪਹਿਰੀ ਅੱਠ ਖੰਡ ਨਾਵਾਂ ਖੰਡ ਸਰੀਰ, ਤਿਸ ਵਿੱਚ ਨੌ ਨਿਧ ਨਾਮ ਏਕ ਭਾਲੈ ਗੁਣੀ ਗਹੀਰ। ਕਰਮਵੰਤੀ ਸਾ ਲਾਹਿਆ ਨਾਨਕ ਕਰ ਗੁਰ ਪੀਰ। ਚੌਥੇ ਪੈਰ ਸੁਬਾਹ ਕੈ ਸੁਰਤਿਆਂ ਉਪਜੈ ਚਾਓ, ਤਿੰਨਾਂ ਦਰਿਆਵਾਂ ਸਿਉ ਦੋਸਤੀ ਮਨ ਮੁਖ ਸੱਚਾ ਨਾਉ। ਤਿੰਨਾਂ ਦਰਿਆਵਾਂ ਸਿਉ ਦੋਸਤੀ ਮਨ ਮੁਖ ਸੱਚਾ ਨਾਉ। ਵਾਹਿਗੁਰੂ। ਇਹ ਪਵਿੱਤਰ ਬਚਨ ਦੂਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਉਥਾਨਕਾਂ ਮੁਤਾਬਕ ਸਿੱਖ ਸੰਗਤਾਂ ਨੇ ਬੇਨਤੀ ਕੀਤੀ, ਪਾਤਸ਼ਾਹ ਜੀ ਕਿਰਪਾ ਕਰਕੇ ਸਾਨੂੰ ਦੱਸਣਾ ਕਰੋ, ਪਿੱਛੇ ਜਿਵੇਂ ਆਪ ਜੀ ਨੇ ਕਿਹਾ ਕਿ ਅੱਠੇ ਪਹਿਰ ਜੀ ਪਰਮੇਸ਼ਰ ਨੂੰ ਜਪਣਾ ਕਰੇ, ਅਸੀਂ ਅੱਠਾਂ ਪਹਿਰਾਂ ਵਿੱਚ ਪਰਮਾਰਥ ਦੇ ਨਾਲ ਕਿਵੇਂ ਜੁੜਨਾ ਕਰੀਏ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਸ੍ਰਿਸ਼ਟੀ ਦੀ ਉਦਾਹਰਨ ਦਿੰਦੇ ਹੋਏ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕੀ ਬਖਸ਼ਿਸ਼ ਕੀਤੀ, ਆਰੰਭ ਕਰੀਏ। ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹਲਾ ਦੂਜਾ। ਅੱਠੀ ਪਹਿਰੀ ਅੱਠ ਖੰਡ ਨਾਵਾਂ ਖੰਡ ਸਰੀਰ। ਸਿੱਖੋ, ਜਿਸ ਤਰ੍ਹਾਂ ਇਹ ਧਰਤੀ 9 ਖੰਡ ਮੰਨੀ ਗਈ ਆ, ਇਸੇ ਤਰ੍ਹਾਂ ਸਾਡੇ ਸਰੀਰ ਦੇ ਵਿੱਚ ਵੀ 9 ਖੰਡ ਹਨ, 5 ਤੱਤ 3 ਗੁਣ। ਇਹਨਾਂ ਅੱਠਾਂ ਦੀ ਧਰਤੀ ਬਣੀ ਹੈ, ਸਰੀਰ ਬਣਿਆ, ਬਾਡੀ ਬਣੀ ਹੈ। ਇਹਨਾਂ ਅੱਠਾਂ ਦੇ ਨਾਲ ਇਹ ਸਰੀਰ ਚੱਲਦਾ ਹੈ ਔਰ ਧਰਤੀ 8 ਖੰਡ ਹੈ, 9ਵਾਂ ਖੰਡ ਸਾਡਾ ਸਰੀਰ ਹੈ। ਭਗਤ ਪੀਪਾ ਜੀ ਕਹਿੰਦੇ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਪੀਪਾ ਪਣਵੈ ਪਰਮ ਤੱਤ ਹੈ, ਸਤਿਗੁਰ ਹੋਏ ਲਿਖਾਵੈ। ਜਿੰਨਾ ਕੁਝ ਇਸ ਧਰਤੀ 'ਤੇ ਹੋ ਰਿਹਾ ਓਨਾ ਹੀ ਇਕੱਲੇ ਇਕੱਲੇ ਸਰੀਰ ਵਿੱਚ ਵੀ ਹੋ ਰਿਹਾ ਹੈ। ਇਹ ਮੰਨ ਕੇ ਚੱਲੋ ਕਿ ਅਕਾਲ ਪੁਰਖ ਨੇ ਪੂਰੇ ਬ੍ਰਹਿਮੰਡ ਦਾ ਨਕਸ਼ਾ ਜਿਹੜਾ ਹੈ ਉਹ ਮਨੁੱਖ ਦੇ ਦਿਮਾਗ ਵਿੱਚ, ਮਨੁੱਖ ਦੇ ਸਰੀਰ ਵਿੱਚ ਵੀ ਰੱਖਿਆ। ਜਿਸ ਤਰ੍ਹਾਂ ਸਾਡੀਆਂ ਜ਼ਮੀਨਾਂ ਤਾਂ ਖੇਤਾਂ ਵਿੱਚ ਹੈ, ਪਰ ਉਹਨਾਂ ਦੀ ਜਾਣਕਾਰੀ ਪਟਵਾਰੀ ਆਪਣੇ ਨਕਸ਼ੇ ਵਿੱਚੋਂ ਹੀ ਦੇ ਦਿੰਦਾ, ਉਹਦੇ ਕੋਲ ਨਕਸ਼ਾ ਹੈ। ਉਸੇ ਤਰ੍ਹਾਂ ਹੀ ਇਹ ਸ੍ਰਿਸ਼ਟੀ ਦੇ ਵਿੱਚ ਜੋ ਕੁਝ ਹੋ ਰਿਹਾ ਓਨਾ ਹੀ ਸਾਡੇ ਸਰੀਰ ਵਿੱਚ ਵੀ ਹੋ ਰਿਹਾ ਹੈ। ਸਾਇੰਸਦਾਨਾਂ ਨੇ ਖੋਜ ਕੀਤੀ
ਧਰਤੀ ਖੋਜੀ, ਦਰਿਆ ਖੋਜੇ, ਪਹਾੜ ਖੋਜੇ, ਉਹਨਾਂ ਦੇ ਵਿੱਚੋਂ ਅਨੇਕਾਂ ਵਸਤੂਆਂ ਲੱਭੀਆਂ। ਕਿਤੋਂ ਲੋਹਾ ਲੱਭਿਆ, ਕਿਤੋਂ ਸੋਨਾ ਲੱਭਿਆ, ਕਿਤੋਂ ਚਾਂਦੀ ਕੱਢੀ, ਖਾਣਾਂ ਦੇ ਵਿੱਚੋਂ ਕਿਧਰੇ ਹੀਰੇ ਕੱਢੇ, ਕਿਤੇ ਤੇਲ ਨਿਕਲੀ ਜਾਂਦੇ ਹਨ, ਕਿਤੇ ਗੈਸਾਂ ਨਿਕਲੀ ਜਾਂਦੀਆਂ। ਧਰਤੀ ਦੇ ਵਿੱਚੋਂ ਕਿੰਨਾ ਸਮਾਨ ਕੱਢਿਆ ਸਾਇੰਸਦਾਨਾਂ ਨੇ। ਬ੍ਰਹਮ ਗਿਆਨੀਆਂ ਨੇ ਉਹ ਸਾਰਾ ਸਮਾਨ ਆਪਣੇ ਅੰਦਰੋਂ ਹੀ ਜਾਣ ਲਿਆ। ਨਾਮ ਜਪਣ ਵਾਲਿਆਂ ਨੇ ਆਪਣੇ ਅੰਦਰ ਦੀ ਖੋਜ ਕੀਤੀ। ਔਰ ਜੋ ਬ੍ਰਹਮੰਡੇ ਸੋਈ ਪਿੰਡੇ ਭਗਤ ਪੀਪਾ ਜੀ ਦਾ ਬਚਨ ਹੈ, ਉਹਨਾਂ ਨੇ ਪਟਵਾਰੀ ਦੇ ਨਕਸ਼ੇ ਦੀ ਤਰ੍ਹਾਂ ਆਪਣੇ ਅੰਦਰੋਂ ਹੀ ਸਾਰਾ ਕੁਝ ਜਾਣ ਲਿਆ। ਸੰਸਾਰ ਨੂੰ ਦੱਸਣ ਵਾਸਤੇ ਅੰਦਰੋਂ ਹੀ ਗਿਆਨ ਦੇ ਦਿੱਤਾ। ਬ੍ਰਹਮ ਗਿਆਨ ਜਿਹੜਾ ਹੈ ਵਰਲਡ ਦਾ ਗਿਆਨ ਹੈ, ਸ੍ਰਿਸ਼ਟੀ ਦਾ ਗਿਆਨ ਹੈ, ਆਤਮਾ ਦਾ ਗਿਆਨ ਵੀ ਇਹਦੇ ਵਿੱਚ ਹੀ ਧਰਿਆ ਹੋਇਆ। ਤੋ ਬ੍ਰਹਮ ਗਿਆਨੀ ਆਪਣੇ ਅੰਦਰ ਖੋਜ ਕਰਦੇ ਆ, ਸਾਇੰਸਦਾਨ ਬਾਹਰ ਖੋਜ ਕਰਦੇ ਆ। ਪਰ ਹਾਲੇ ਤੱਕ ਸਾਇੰਸਦਾਨਾਂ ਨੇ ਉਹਨਾਂ ਨਹੀਂ ਲੱਭਿਆ ਜਿੰਨਾ ਬ੍ਰਹਮ ਗਿਆਨੀਆਂ ਨੇ, ਜਿੰਨਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਲੱਭ ਕਰਕੇ ਸਾਡੇ ਲਈ ਬਾਣੀ ਵਿੱਚ ਰੱਖ ਦਿੱਤਾ, ਲਿਖ ਦਿੱਤਾ। ਜਿਸ ਤਰ੍ਹਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਬਗਦਾਦ ਵਿੱਚ ਜਾਂਦੇ ਆ, ਇੱਕ ਥਾਂ ਇੱਕ ਨਦੀ ਦੇ ਕਿਨਾਰੇ ਬੈਠੇ ਆ, ਅੰਮ੍ਰਿਤ ਵੇਲਾ ਹੋਇਆ, ਉੱਠ ਕੇ ਇਸ਼ਨਾਨ ਕਰਨ ਲੱਗੇ ਨਦੀ ਵਿੱਚ। ਤੇ ਉਸ ਨਦੀ ਦੇ ਵਿੱਚ ਉਹ ਬਗਦਾਦ ਦੇ ਪੀਰ ਦਾ ਇੱਕ ਚੇਲਾ ਵੀ ਆਇਆ ਹੈ, ਉਹ ਵੀ ਇਸ਼ਨਾਨ ਕਰ ਰਿਹਾ ਨਦੀ ਵਿੱਚ। ਤੇ ਸਤਿਗੁਰੂ ਪਾਤਸ਼ਾਹ ਜੀ ਗਾ ਰਹੇ ਨੇ ਬਚਨ ਜਪਜੀ ਸਾਹਿਬ ਦੇ, ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਓੜ ਕੇ ਭਾਲ ਥੱਕੇ, ਵੇਦ ਕਹਿਨ ਇੱਕ ਬਾਤ, ਸਹਿਸ 18 ਕਹਿਨ ਕਤੇਬਾਂ, ਅਸਲੋ ਇੱਕ ਧਾਤ। ਇਹ ਪਾਤਾਲਾਂ ਪਾਤਾਲ ਵਾਲੀ ਗੱਲ ਸੁਣ ਕੇ ਉਹ ਬਗਦਾਦ ਦੇ ਪੀਰ ਦਾ ਚੇਲਾ ਜਿਹੜਾ ਸੀ ਉਹ ਹੈਰਾਨ ਹੋਇਆ ਵੀ ਸਾਡੀ ਮੱਤ ਵਿੱਚ, ਮੁਸਲਮਾਨ ਮੱਤ ਵਿੱਚ ਤਾਂ ਕੇਵਲ ਤੇ ਕੇਵਲ 7 ਪਤਾਲ ਤੇ 7 ਆਕਾਸ਼ ਹੀ ਕਹੇ ਆ। ਇਹ ਕੌਣ ਹੈ ਕਾਫਰ ਫਕੀਰ? ਹਿੰਦੂਆਂ ਨੂੰ ਉਹ ਕਾਫਰ ਕਹਿੰਦੇ ਆ ਤੇ ਹਿੰਦੂ ਉਹਨਾਂ ਨੂੰ ਮਲੇਸ਼ ਕਹਿੰਦੇ ਆ। ਖੈਰ, ਉਹ ਪੀਰ ਦਾ ਚੇਲਾ ਕਹਿੰਦਾ ਕੌਣ ਹੈ ਕਾਫਰ ਫਕੀਰ ਜਿਹੜਾ ਝੂਠ ਬੋਲ ਰਿਹਾ? ਸਾਡੀ ਮੱਤ ਮੁਤਾਬਕ 7 ਪਤਾਲ ਤੇ 7 ਆਕਾਸ਼ ਹੀ ਆ। ਤੇ ਉਹਨੂੰ ਥੋੜਾ ਗੁੱਸਾ ਆਇਆ ਤੇ ਜਾ ਕੇ ਆਪਣੇ ਪੀਰ ਨੂੰ, ਆਪਣੇ ਗੁਰੂ ਨੂੰ ਕਹਿੰਦਾ, ਮਹਾਰਾਜ ਉੱਥੇ ਕਾਫਰ ਫਕੀਰ ਕੋਈ ਆਇਆ ਬਾਹਰੋਂ, ਇਸ਼ਨਾਨ ਕਰ ਰਿਹਾ ਸੀ ਨਦੀ ਵਿੱਚ ਤੇ ਗਾ ਰਿਹਾ ਸੀ, ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਓੜ ਕੇ ਭਾਲ ਥੱਕੇ, ਵੇਦ ਕਹਿਨ ਇੱਕ ਬਾਤ। ਇੱਦਾਂ ਗਾ ਰਿਹਾ ਸੀਗਾ ਮਹਾਰਾਜ, ਇਹ ਹੋ ਸਕਦਾ? ਹੁਣ ਗੁਰੂ ਪਿਆਰਿਓ, ਪੀਰ ਨੂੰ ਕਹਿੰਦੇ ਗੁੱਸਾ ਆ ਗਿਆ। ਜਦ ਗੁੱਸਾ ਆਇਆ ਤਾਂ ਉਸ ਨੇ ਆਪਣੇ ਚੇਲੇ ਬਾਲ ਕੇ ਇਕੱਠੇ ਕੀਤੇ ਔਰ ਚੇਲੇ ਬਾਲ ਕੇ ਇਕੱਠੇ ਕਰਕੇ ਉਹਨਾਂ ਨੂੰ ਪੱਥਰ ਚਕਾ ਲਏ ਤੇ ਪੱਥਰ ਚਕਾ ਕਰਕੇ ਉਹਨੂੰ ਕਹਿੰਦਾ ਚਲੋ ਆਪਾਂ ਪੁੱਛਦੇ ਹਾਂ ਉਸ ਨੂੰ, ਉਹਨੇ ਐਦਾਂ ਝੂਠ ਕਿਉਂ ਬੋਲਿਆ? ਤੇ ਉਹ ਪੱਥਰ ਲੈ ਕੇ ਧੰਨ ਗੁਰੂ ਨਾਨਕ ਦੇਵ ਜੀ ਵੱਲ ਆਏ ਤੇ ਮਾਰਨ ਵਾਸਤੇ ਤਿਆਰ ਹੋ ਗਏ। ਜਿਸ ਵੇਲੇ ਉਹਨਾਂ ਨੇ ਐਦਾਂ ਉੱਪਰ ਪੱਥਰ ਚੱਕੇ ਤੇ ਬਾਬੇ ਨਾਨਕ ਨੂੰ ਮਾਰਨ ਲੱਗੇ। ਮੁਸਲਮਾਨਾਂ ਵਿੱਚ ਰੀਤ ਹੈ, ਜਦੋਂ ਕੋਈ ਉਹਨਾਂ ਲੱਗੇ ਨਾ ਗਲਤ ਹੈ ਤੇ ਇਹਨੂੰ ਮਾਰ ਦਿਓ, ਤੇ ਇਹਨੂੰ ਕਹਿੰਦੇ ਆ ਸੰਗੇ ਸਾਰ ਕਰੋ। ਸੰਗ ਮਰਮਰ ਪੱਥਰ ਦਾ ਨਾਂ ਹੈ। ਸੰਗੇ ਸਾਰ ਦਾ ਮਤਲਬ ਹੈ ਪੱਥਰ ਮਾਰ ਕੇ ਮਾਰੋ ਇਸ ਨੂੰ, ਇਹ ਝੂਠ ਬੋਲਦਾ ਹੈ, ਕਹੋ ਸਤਨਾਮ ਸ੍ਰੀ, ਇਹ ਕੁਫਰ ਤੋਲਦਾ ਹੈ। ਜਿਸ ਵੇਲੇ ਉਹ ਸਾਰੇ ਚੇਲੇ ਬਾਲ ਕੇ ਉਹ ਪੀਰ ਦੇ ਆਏ ਇਕੱਠੇ ਹੋ ਕੇ ਤੇ ਬਾਹਾਂ ਉੱਪਰ ਕਰਕੇ ਜਦ ਪੱਥਰ ਚਲਾਉਣ ਲੱਗੇ ਤੇ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਏਕ ਓਂਕਾਰ, ਇੰਨਾ ਬਚਨ ਕਿਹਾ ਤੇ ਉਹਨਾਂ ਦੇ ਸਰੀਰ ਲੱਕੜ ਦੀ ਤਰ੍ਹਾਂ ਉੱਥੇ ਖੜ ਗਏ। ਨਾ ਉਹਨਾਂ ਦੇ ਹੱਥ ਚੱਲੇ, ਨਾ ਬਾਹਾਂ ਚੱਲੀਆਂ, ਨਾ ਥੱਲੇ ਆਈਆਂ, ਨਾ ਉੱਤੇ ਜਾਂਦੀਆਂ, ਆਕੜ ਗਈਆਂ।
सारे चेले पत्थर दी न्याई सुन मुन नगरी भई। सुन मुन हो गए सारे चेले बाल के उहदे, और कल्ला पीर बोलन जोगा बचिया। ते पीर वेख पीर भया हैराना। भाई साहब भाई गुरदास जी अपनी पौड़ी विचों सारी वारता सारी कहानी पौड़ी बना के लिखते हैं। बहुत सारा इतिहास भाई गुरदास जी ने अपनियां वारां विच शॉर्टकट करके पौड़ियां बना के लिखे है। भगतां दा इतिहास भी लिखे है, बाबे नानक दियां चारे फेरियां दा इतिहास भी लिखे है। खैर जिस वेले वो सारे चेले पत्थर मारन जोगे ना रहे तो पीर कहना भी तुसी कौन हो, कित्थों आए हो? कहने क्यों? तुसी साडे इलाके विच आके कुफर तोलिया, झूठ बोलिया है। तुसी किवें कह दिता पतालां पताल लख अगासां अगास? बाबा जी कहंदे असीं इन्ना ही देखिया। पीर कहना साडे मुहम्मद साहब ने साडे ग्रंथ कुरान दे विच लिखिया सत्त पताल ते सत्त आकाश। तुसी इन्ने किवें कह सकदे हो भी कोई अंत ही नहीं हैगा, इन्ने पताल ते इन्ने आकाश है? बाबा जी कहते जिन्नी किसी की अख खुली है उन्ना ही कहूगा बई उन्हें उन्ने देखे होणगे, असी इन्ने देखे आ। पीर कहना मैं इदा नहीं मनदा, दिखा मैनू। कहते तू मनना भी नहीं गा, तू कठोर है। लिया तेरा चेला लिया एक लितो सो बेटा पीर दा। बेटा असी जिवें गुरु गोबिंद सिंह दे पुत्र कहाउणे आ सिख, इस तरह जिहड़ा पीर दा चेला सी उहदा बेटा ही आ, उहदा चेला लिया। लीतो सो बेटा पीर दा अख फुरक विच गया हवाई। भाव पातशाह ने कोले बिठाया, उहदा हथ फड़िया, उहदे नेत्र बंद कीते, अपने नेत्र बंद कीते, ध्यान जोड़िया ते उहदी रूह नूं कढ के लै गए विखाउण वास्ते भी चल विखा के लियावां। फिर पहला उसनूं आकाश विखाए, अगे तो अगे आकाश विखाउंदे जा रहे हैं। वो बच्चा जिहड़ा सी कहंदे वो थक गया, कहना जी बस करो ये तो मुकदा ही नहीं। कहंदे यही तो मैं कहा सीगा, ओढ़ के भाल थके वेद कह निकवाद। कहंदे चल तैनूं हुण पताल भी दिखावां। फिर पतालां नूं भाव थल्ले नूं गए, पताल दिखाए। ते एक थां ते अगे जाके की देखदे आ, सतसंग हो रही आ। धुर पतालों लई कड़ाही, कड़ाही कहंदे आ कड़ाह प्रशाद नूं, देग नूं कड़ाही करो बई अज। धुर पतालों लई कड़ाही भर कच कौल प्रशाद दा। उत्थे जिहड़ा प्रशाद बनिया सी, कच कौल कहंदे आ डूने नूं, जिहड़ा पत्तियां दा बनिया हुंदा कच्चा कौला, ये कच्चा कौला ही है डूना। उथों कहंदे उन्होंने प्रशाद लिया ते वापस आए। ते जिस वेले कहंदे प्रगट होए ते पीर कहना भी हाँ दसो। ते उहदा चेला ही कहना की दसीए, तां मुकदे नहीं गे, ना आकाश मुकदे आ ना पताल मुकदे आ। ये तां ब्रह्म ज्ञानियां दी खोज है, गुरु नानक दी खोज है। नाम जपण वालियां दी रूह जिहड़ी आ उत्थे जांदी है जिथे साइंसदान नहीं पहुँच सकते। वो केवल शरीर करके जाते हैं, इस बिना शरीर तो भी चले जाते हैं। तो इस करके अज दे शब्द में सतगुर पातशाह कहते जिवें सृष्टि ने साइंसदानां ने धरती नूं खोजिया, अठखंड धरती नूं, और इहदे विचों किन्नियां समान कढ लिया, किन्नियां चीज़ां कढ लईआं, पर मुक्कियां नहीं। अठी पैरी अठ खंड। उस तरह का ही साडा शरीर है जिहड़ा, ये भी 9 खंड धरती है। 9 द्वारे प्रगट किए 10वां गुप्त रखाया। साइंसदानां ने धरती नूं खोजिया है, पहाड़ां दे विचों, दरियावां दे विचों, धरती दे विचों अनेकां वस्तुआं कढियां। ब्रह्म ਗਿਆਨੀਆਂ ने अपने अंदर जाना कीता। ਇਹਦੇ ਵਿੱਚੋਂ ਕੀ ਲੱਭਿਆ ब्रह्म ਗਿਆਨੀਆਂ ने? सब तो श्रोमणी वस्तु तिस विच नौ निध नाम एक भालै गुणी गहीर। उन्होंने गुणी भाव नाम जपण वाले जिन्हां विच गुण हन, उन्हां गुणियां ने, नाम जपण वालियां ने
ਜਿਹੜੇ ਇੱਕ ਨਾਲ ਜੁੜੇ ਹੋਏ ਹਨ ਉਹਨਾਂ ਗੁਣੀਆਂ ਨੇ ਪਰਮੇਸ਼ਰ ਦਾ ਨਾਮ ਲੱਭਿਆ ਤੇ ਗਹੀਰ ਖਜ਼ਾਨਿਆਂ ਦੇ ਮਾਲਕ ਹੋ ਗਏ। ਸਾਇੰਸਦਾਨਾਂ ਨੇ ਸੰਸਾਰੀ ਵਸਤੂਆਂ ਲੱਭੀਆਂ, ਉਹਦੇ ਮਾਲਕ ਹੋ ਗਏ। ਬ੍ਰਹਮ ਗਿਆਨੀਆਂ ਨੇ ਇਹਦੇ ਅੰਦਰੋਂ ਖਜ਼ਾਨੇ ਲੱਭ ਲਏ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਤਿਸ ਵਿੱਚ ਨੌ ਨਿਧ ਨਾਮ ਏਕ ਭਾਲੈ, ਗੁਣੀ ਗਹੀਰ। ਗਹੀਰ ਹੁੰਦਾ ਖਜ਼ਾਨਾ, ਜਿਵੇਂ ਸਾਡਾ ਮਾਲਵੇ ਦਾ ਸ਼ਬਦ ਹੈ ਗਹੀਰਾ। ਤੇ ਗਹੀਰਾ ਕੀ ਆ ਭਲਾ? ਪਾਥੀਆਂ ਦਾ ਖਜ਼ਾਨਾ। ਤਾਂ ਗਹੀਰ ਦਾ ਮਤਲਬ ਖਜ਼ਾਨਾ ਹੈ, ਉਹ ਕਿਸੇ ਤਰ੍ਹਾਂ ਦਾ ਵੀ ਹੋ ਸਕਦਾ। ਤਾਂ ਉਹਨਾਂ ਨੇ ਨਾਮ ਦਾ ਖਜ਼ਾਨਾ ਲੱਭਿਆ। ਨਾਮ ਜਪਣ ਵਾਲੇ ਬ੍ਰਹਮ ਗਿਆਨੀਆਂ ਨੇ ਆਪਣੇ ਅੰਦਰ ਜਾਣਾ ਕੀਤਾ, ਆਪਣੇ ਅੰਦਰੋਂ ਪਰਮੇਸ਼ਰ ਦਾ ਨਾਮ ਲੱਭਿਆ, ਫਿਰ ਉਸ ਨੂੰ ਸਲਾਹੁਣਾ ਕੀਤਾ, ਗਾਉਣਾ ਕੀਤਾ। ਕਰਮਵੰਤੀ ਸਲਾਹਿਆ ਨਾਨਕ ਕਰ ਗੁਰ ਪੀਰ। ਕਰਮਵੰਤੀ ਵੱਡੇ ਭਾਗਾਂ ਵਾਲਿਆਂ ਨੇ, ਹਰੇਕ ਨੇ ਨਹੀਂ, ਕਰਮਾਂ ਵਾਲਿਆਂ ਨੇ, ਜਿਨ੍ਹਾਂ ਦੇ ਚੰਗੇ ਕਰਮ ਹੈ, ਜਿਨ੍ਹਾਂ ਦੇ ਚੰਗੇ ਕਰਮ ਹੈ, ਉੱਠ ਕਰਕੇ ਗੁਰੂ ਚਰਨਾਂ ਨਾਲ ਜੁੜਦੇ ਆ, ਪਰਮੇਸ਼ਰ ਦੇ ਨਾਲ ਜੁੜਦੇ ਹਨ। ਜਿਨ੍ਹਾਂ ਦੇ ਚੰਗੇ ਕਰਮ ਹੈ, ਚੰਗੇ ਕਰਮਾਂ ਦੀ ਨਿਸ਼ਾਨੀ ਹੈ ਵੱਡੇ ਭਾਗਾਂ ਵਾਲਿਆਂ ਨੂੰ ਗੁਰੂ ਪੀਰ ਮਿਲਿਆ। ਪਾਤਸ਼ਾਹ ਦਾ ਬਚਨ ਹੈ ਗੁਰਬਾਣੀ ਚੋਂ, ਪੂਰਬ ਕਰਮ ਅੰਕੁਰ ਜਾ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਜਦੋਂ ਪੂਰਬਲੇ ਕਰਮ ਜਾਗਦੇ ਹੈ, ਭਾਵ ਜਦੋਂ ਸਾਡਾ ਕੋਈ ਵਧੀਆ ਕੰਮ ਹੋ ਜਾਂਦਾ ਤੇ ਆਪਾਂ ਕੀ ਕਹਿੰਦੇ ਆ, ਆਹ ਤਾਂ ਜਾ ਕੋਈ ਪਿਛਲਾ ਚੰਗਾ ਕਰਮ ਆ ਗਿਆ ਸਾਹਮਣੇ। ਤੇ ਜਦੋਂ ਕੋਈ ਦੁਖਦਾਈ ਘਟਨਾ ਵਰਤਦੀ ਹੈ, ਕੋਈ ਮਾੜਾ ਕਰਮ ਆ ਗਿਆ, ਕੋਈ ਸਤਨਾਮ। ਭਾਵ ਸਾਡੇ ਕਰਮ ਸਾਨੂੰ ਫਲ ਦਿੰਦੇ ਆ। ਮਨੁੱਖ ਦੇ ਤਿੰਨ ਦੋਸਤ ਮੰਨੇ ਗਏ ਆ, ਇੱਕ ਸੰਸਾਰੀ ਮਨੁੱਖ, ਇੱਕ ਮਾਇਆ ਤੇ ਇੱਕ ਹੈ ਕਰਮ। ਸੰਸਾਰੀ ਮਨੁੱਖ ਓਨਾ ਚਿਰ ਦੋਸਤ ਹੈ ਜਿੰਨਾ ਚਿਰ ਤੁਸੀਂ ਉਹਨੂੰ ਕੁਛ ਦਿੰਦੇ ਹੋ। ਜੇ ਨਹੀਂ ਦਿੰਦੇ ਤਾਂ ਕੋਈ ਦੋਸਤ ਨਹੀਂ ਤੁਹਾਡਾ। ਤੇ ਮਾਇਆ ਤੁਹਾਡੀ ਓਨਾ ਚਿਰ ਦੋਸਤ ਹੈ ਜਿੰਨਾ ਚਿਰ ਤੁਸੀਂ ਜਿਉਂਦੇ ਹੋ, ਮਰਨ ਤੋਂ ਬਾਅਦ ਉਹ ਤੁਹਾਡੀ ਨਹੀਂ। ਤੇ ਕਰਮ ਜਿਹੜਾ ਇਹ ਧੁਰ ਤੱਕ ਨਾਲ ਜਾਂਦਾ, ਮਰਨ ਤੋਂ ਬਾਅਦ ਵੀ ਜੀਵ ਆਤਮਾ ਦੇ ਨਾਲ ਜਾਂਦਾ। ਇੱਥੇ ਚੰਗਾ ਕਰਮ ਕੀਤਾ ਤੇ ਧਰਮਰਾਜ ਕੋਲੇ ਜਾ ਕੇ ਛਡਾਊਗਾ ਵੀ ਇਹਨੇ ਆਹ ਕਰਮ ਕੀਤਾ, ਇਹਨੂੰ ਛੱਡ, ਇਹਦਾ ਮੈਂ ਗਵਾਹ। ਮਾੜੇ ਕਰਮ ਕੀਤੇ ਆ ਤੇ ਫਿਰ ਸਜ਼ਾ ਮਿਲਣੀ ਵੀ ਲਾਜ਼ਮੀ ਹੈ। ਜਿਨ੍ਹਾਂ ਨੇ ਮਾੜੇ ਕਰਮ ਕੀਤੇ ਆ, ਭਾਵੇਂ ਬਾਹਰੋਂ ਡੇਰਿਆਂ ਵੀ ਸਾਧ ਸਨ, ਕੁਛ ਵੀ ਸਨ, ਲਫਾਂਕ ਕੁਛ ਵੀ ਕੀਤਾ ਹੋਇਆ ਸੀ, ਪਰ ਜਦ ਉਹਨਾਂ ਦੇ ਮਾੜੇ ਕਰਮ ਜ਼ਾਹਰ ਹੋਏ ਤਾਂ ਉਹਨਾਂ ਮਾੜੇ ਕਰਮਾਂ ਨੇ ਉਹਨਾਂ ਨੂੰ ਸਜ਼ਾਵਾਂ ਵੀ ਦਵਾਤੀਆਂ, ਜੇਲ੍ਹਾਂ ਵਿੱਚ ਵੀ ਸਿੱਟੇ ਆ। ਕੋ ਸਤਨਾਮ। ਇੱਥੇ ਦੁਨੀਆ ਦੇ ਵਿੱਚ ਵੀ ਆ, ਕਿਉਂਕਿ ਇੱਥੇ ਹੀ ਨਰਕ ਤੇ ਸੁਰਗ ਦੋਨੇ ਹੈਗੇ ਆ, ਧਰਤੀ ਉੱਤੇ ਸਭ ਕੁਝ ਹੈ। ਤਾਂ ਗੁਰੂ ਪਿਆਰਿਓ, ਕਰਮਵੰਤੀ ਸਲਾਹਿਆ, ਜਿਨ੍ਹਾਂ ਦੇ ਚੰਗੇ ਕਰਮ ਹੈ ਉਹਨਾਂ ਨੇ ਸਿਫਤ ਸਲਾਹ ਕੀਤੀ ਉਹ ਨਾਮ ਨੂੰ ਪ੍ਰਾਪਤ ਕਰਕੇ, ਗੁਰੂ ਵਾਲੇ ਬਣ ਕੇ। ਅੱਠੀ ਪੈਰੀ 8 ਖੰਡ, 9ਵਾਂ ਖੰਡ ਸਰੀਰ। ਕੁਦਰਤ ਕਰਕੇ ਵਸਿਆ ਸੋਏ। ਕੁਦਰਤ ਸਾਰੀ ਸ੍ਰਿਸ਼ਟੀ ਸਾਰੀ ਹੈ, ਕੁਦਰਤ ਹੈ ਪਰਮੇਸ਼ਰ ਦੀ। ਇਹਦੇ ਵਿੱਚ ਪਰਮੇਸ਼ਰ ਦਾ ਵਾਸਾ ਹੈ। ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ। ਤੇ ਜੋ ਕੁਦਰਤ ਵਿੱਚ ਹੈ ਉਹ ਕੱਲੇ ਕੱਲੇ ਸਰੀਰ ਵਿੱਚ ਵੀ ਹੈ, ਕੱਲੀ ਕੱਲੀ ਬਾਡੀ ਵਿੱਚ ਵੀ ਹੈ, ਸਾਡੇ ਸਭ ਦੇ ਅੰਦਰ ਹੈ। ਘਟ ਘਟ ਮੈਂ ਹਰਜੂ ਵਸੈ, ਸੰਤਨ ਕਹਿਓ ਪੁਕਾਰ। ਬ੍ਰਹਮ ਗਿਆਨੀਆਂ ਨੇ ਕਿਹਾ ਵੀ ਸਾਰਿਆਂ ਵਿੱਚ ਹੀ ਹੋ ਰਹਿੰਦਾ। ਆਪਣੇ ਅੰਦਰੋਂ ਹੀ ਖੋਜ ਕਰੋ, ਕਿਧਰੇ ਭੱਜ ਦੌੜ ਕਰਨ ਦੀ ਲੋੜ ਨਹੀਂ। ਜਿੱਥੇ ਬੈਠ ਕੇ ਉਹਨੂੰ ਆਰਾਧਨਾ ਸ਼ੁਰੂ ਕਰੋਗੇ ਉੱਥੇ ਹੀ ਪ੍ਰਗਟ ਹੋ ਜਾਊਗਾ। ਲੋੜ ਤਾਂ ਆਪਣੇ ਆਪੇ ਦੇ ਅੰਦਰ ਖੋਜ ਕਰਨ ਦੀ ਹੈ, ਜਿਵੇਂ ਸਾਇੰਸ ਖੋਜ ਕਰਦੀ ਆ, ਬ੍ਰਹਮ ਗਿਆਨੀ ਅੰਦਰ ਜਾਂਦੇ ਆ। ਜਿਨ੍ਹਾਂ ਦੇ ਕਰਮ ਜਾਗ ਪਏ, ਜਿਨ੍ਹਾਂ ਦੇ ਚੰਗੇ ਕਰਮ ਸੀ, ਕਰਮਵੰਤੀ। ਸੁਹਾਗਵੰਤੀ ਕੌਣ ਹੈ? ਜਿਹਦਾ ਸੁਹਾਗ ਹੈ, ਜੋ ਸੁਹਾਗਣ ਹੈ, ਜਿਹੜੀ ਇਸ ਦੇ ਨਾਲ ਉਸ ਦਾ ਪਤੀ ਆ ਉਹ ਸੁਹਾਗਣ ਹੈ। ਜਿਹੜੀ ਮਾਲਕ ਤੋਂ ਵਿਛੜੀ ਹੋਈ ਆ ਉਹ ਦੁਹਾਗਣ ਹੈ। ਵੰਤੀ ਸ਼ਬਦ ਹੁੰਦਾ ਮਾਲਕ, ਕਾਹਦੀ ਮਾਲਕ ਹੈ? ਉਹ ਸੁਹਾਗ ਦੀ ਮਾਲਕ ਹੈ, ਸੁਹਾਗਣ ਹੈ ਉਹ। ਕਰਮਵੰਤੀ ਚੰਗੇ ਕਰਮਾਂ ਦੀ ਮਾਲਕ ਹੈ। ਕਹੋ ਸਤਨਾਮ। ਜਿਹੜੀ ਜੀਵ ਇਸਤਰੀ
ਜਿਹੜੀ ਜੀਵਾਤਮਾ ਕੋਲੇ ਚੰਗੇ ਕਰਮ ਹਨ, ਉਹ ਚੰਗੇ ਕਰਮਾਂ ਦਾ ਸਦਕਾ ਹੀ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਘਰ ਆਉਣੇ ਹੋ। ਇਹ ਤੁਹਾਡਾ ਕਰਮ ਲੈ ਕੇ ਆਉਂਦਾ ਤੁਹਾਨੂੰ ਧਰਮ ਕੋਲੇ, ਗੁਰੂ ਕੋਲੇ। ਇਹ ਸਾਡੇ ਚੰਗੇ ਕਰਮ ਹੀ ਸਾਨੂੰ ਲੈ ਕੇ ਆਉਂਦੇ ਆ, ਕਿਉਂਕਿ ਪਰਮੇਸ਼ਰ ਦਾ ਸੁਭਾਅ ਹੈ ਗੁਣਵੰਤਿਆਂ ਗੁਣ ਦੇ। ਜਿਨ੍ਹਾਂ ਵਿੱਚ ਗੁਣ ਹੈ ਉਹਨਾਂ ਦੇ ਗੁਣ ਨੂੰ ਹੋਰ ਵੀ ਵਧਾ ਦਿੰਦਾ। ਨਾਨਕ ਨਿਰਗੁਣ ਗੁਣ ਖਰੇ, ਉਹ ਤਾਂ ਔਗਣ ਹਾਰਿਆਂ ਉੱਤੇ ਵੀ ਗੁਣ ਕਰਦਾ। ਬਹੁਤ ਲੋਕ ਪਰਮੇਸ਼ਰ ਨੂੰ ਚੰਗਾ ਮਾੜਾ ਵੀ ਬੋਲਦੇ ਆ, ਪਰ ਰੋਟੀ ਸਾਰਿਆਂ ਨੂੰ ਦਿੰਦਾ। ਕੋ ਸਤਨਾਮ ਸ੍ਰੀ, ਬਹੁਤ ਉਹਦੀ ਸਿਫਤ ਸਲਾਹ ਵੀ ਕਰਦੇ ਆ, ਉਹਨਾਂ ਦੇ ਗੁਣਾਂ ਨੂੰ ਹੋਰ ਵਧਾ ਦਿੰਦਾ। ਕਰਮਵੰਤੀ ਸਲਾਹਿਆ ਪੂਰਬ ਕਰਮ ਅੰਕਰ ਜਾਂ ਪ੍ਰਗਟੇ। ਜਦੋਂ ਪੂਰਬਲੇ ਚੰਗੇ ਕਰਮ ਪ੍ਰਗਟ ਹੁੰਦੇ ਆ, ਕੋਈ ਦਾਣਾ ਬੀਜਿਆ, ਜਿਹੜੀ ਉਹਦੇ ਵਿੱਚੋਂ ਤੂਈ ਨਿਕਲੀ, ਧਰਤੀ 'ਚੋਂ ਬਾਹਰ ਨਿਕਲਿਆ ਜੋ ਤੂਈ, ਉਹਨੂੰ ਅਸੀਂ ਅੰਕੁਰ ਕਹਿੰਦੇ ਹਾਂ। ਕਹੋ ਸਤਨਾਮ ਸ੍ਰੀ। ਅਤੇ ਜਦੋਂ ਉਹ ਅੰਕਰ ਫੁੱਟਦਾ ਅਤੇ ਫਿਰ ਅੱਗੇ ਜਾ ਕੇ ਪੌਦਾ ਬਣਦਾ ਅਤੇ ਫਿਰ ਉਹ ਫਲ ਦਿੰਦਾ। ਇਸੇ ਤਰ੍ਹਾਂ ਸਾਡੇ ਅੰਦਰ ਕਰਮਾਂ ਦੇ ਬੀਜ ਪਏ ਨੇ। ਅੱਜ ਦੇ ਨਹੀਂ ਕਰਮ ਕੀਤੇ, ਕੁਝ ਇਸ ਜਨਮ ਦੇ ਹੋਣਗੇ, ਕੁਝ ਪਿਛਲੇ ਜਨਮਾਂ ਦੇ ਵੀ ਹੈ। ਅਤੇ ਜਦੋਂ ਜਦੋਂ ਉਹਨਾਂ ਬੀਜਾਂ ਨੂੰ ਮਾਹੌਲ ਮਿਲਦਾ, ਕਣਕ ਦਾ ਮਾਹੌਲ ਜਿਹੜਾ ਹੈ ਬੀਜਣ ਦਾ, ਉਹਦੀ ਆਪਣੀ ਰੁੱਤ ਹੈ, ਨਰਮੇ ਦੀ ਆਪਣੀ ਰੁੱਤ ਹੈ। ਆਪਾਂ ਸਾਰੇ ਜ਼ਿਮੀਂਦਾਰ ਵੀਰ ਬੈਠੇ ਹਾਂ, ਪਤਾ ਇਹਨਾਂ ਚੀਜ਼ਾਂ ਦਾ। ਇਹ ਉਦਾਹਰਨ ਕਰਕੇ ਸਮਝ ਸੌਖੀ ਆ ਜਾਣੀ ਆ। ਇਸੇ ਤਰ੍ਹਾਂ ਹੀ ਜਿਹੜੇ ਅੰਦਰ ਸਾਡੇ ਕਰਮਾਂ ਦੇ ਬੀਜ ਪਏ ਆ, ਉਹਨਾਂ ਨੂੰ ਵੀ ਇੱਕ ਮਾਹੌਲ ਮਿਲਦਾ, ਇੱਕ ਰੁੱਤ ਮਿਲਦੀ ਆ। ਜਦੋਂ ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਕਾਵੇ। ਹੁਣ ਰੁੱਤ ਲੱਗੀ ਹੈ ਨਾਮ ਦੇ ਬੀਜ ਨੂੰ ਉਗਰਾਉਣ ਦੀ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਆਹ ਰੁੱਤ ਹੈ ਨਾਮ ਨੂੰ ਬੀਜਣ ਦੀ ਮਨੁੱਖਾ ਜਾਮੇ 'ਚ। ਫੇਰ ਨਹੀਂ ਮਿਲਣੀ ਇਹ ਰੁੱਤ, 84 ਲੱਖ ਜੂਨਾਂ ਵਿੱਚ ਨਹੀਂ ਮਿਲਣੀ। ਉੱਥੇ ਤਾਂ ਕੀਤੇ ਕਰਮਾਂ ਨੂੰ ਭੋਗਣਾ ਹੀ ਹੈ, ਪਰ ਇੱਥੇ ਅਸੀਂ ਨਵਾਂ ਕਰਮ ਬੀਜ ਵੀ ਸਕਦੇ ਹਾਂ। ਪੂਰਬ ਕਰਮ ਅੰਕੁਰ ਜਾਂ ਪ੍ਰਗਟੇ, ਤਾਂ ਫਿਰ ਕੀ ਹੁੰਦਾ ਹੈ? ਭੇਟਿਓ ਪੁਰਖ ਰਸਕ ਬੈਰਾਗੀ, ਕੋਈ ਰੱਬ ਦਾ ਪਿਆਰਾ ਮਿਲ ਜਾਂਦਾ, ਕੋਈ ਸਤਨਾਮ ਸ੍ਰੀ ਰਸੀਆ ਨਾਮ ਨਾਲ ਜੁੜਿਆ ਹੋਇਆ ਕੋਈ ਮਿਲ ਜਾਂਦਾ। ਤੇ ਫਿਰ ਕੀ ਹੁੰਦਾ? ਜਨਮ ਜਨਮ ਕੀ ਸੋਈ ਜਾਗੀ। ਸਾਡੇ ਅੰਦਰ ਪਏ ਚੰਗੇ ਕਰਮ ਦੇ ਬੀਜ ਨੂੰ ਪ੍ਰਗਟ ਹੋਣ ਦਾ ਸਮਾਂ ਮਿਲ ਜਾਂਦਾ ਹੈ। ਕਹੋ ਸਤਨਾਮ ਸ੍ਰੀ। ਪੜ੍ਹਾਈ ਤਾਂ ਸਾਰੇ ਬੱਚਿਆਂ ਵਿੱਚ ਹੀ ਪਈ ਆ ਨਾ। ਜਿਹੜੇ ਬੱਚਿਆਂ ਨੇ ਮਾਸਟਰ ਦੀ ਸੰਗਤ ਕਰ ਲਈ, ਉਹਨਾਂ ਵਿੱਚੋਂ ਪੜ੍ਹਾਈ ਪ੍ਰਗਟ ਹੋ ਗਈ। ਜਿਹੜੇ ਨਹੀਂ ਸਕੂਲ ਗਏ, ਉਹਨਾਂ 'ਚ ਗੁਪਤ ਪਈ ਆ। ਪਈ ਤਾਂ ਉੱਥੇ ਵੀ ਹੈ। ਕਹੋ ਸਤਨਾਮ, ਰੱਖੀ ਤਾਂ ਉੱਥੇ ਵੀ ਹੈ ਰੱਬ ਨੇ। ਤੋ ਕਿਤੇ ਗੁਰੂ ਨੇ ਸਾਡੇ ਗੁਣਾਂ ਨੂੰ ਪ੍ਰਗਟ ਕਰਤਾ, ਕਿਤੇ ਗੁਪਤ ਪਏ ਆ। ਨਾ ਕੋ ਮੂਰਖ ਨਾ ਕੋ ਸਿਆਣਾ। ਨਾ ਕੋਈ ਮੂਰਖਵਾਨ ਨੂੰ ਆਪ ਮਰਜ਼ੀ ਨਾਲ ਬਣ ਸਕਦਾ ਹੈ, ਨਾ ਕੋਈ ਆਪਦੀ ਮਰਜ਼ੀ ਨਾਲ ਸਿਆਣਾ ਬਣ ਸਕਦਾ ਹੈ। ਇਹ ਕਰਮਾਂ ਦਾ ਫਲ ਸਾਨੂੰ ਮਿਲਦਾ। ਪ੍ਰੀਤਮ ਜੀ ਕਹਿੰਦੇ, ਕਰਮਵੰਤੀ ਸਲਾਹਿਆ ਨਾਨਕ ਕਰ ਗੁਰ ਪੀਰ। ਚੌਥੇ ਪੈਰ ਸੁਬਾਹ ਕੈ ਸੁਰਤਿਆਂ ਉਪਜੈ ਚਾਓ। ਚੌਥਾ ਪਹਿਰ ਅੰਮ੍ਰਿਤ ਵੇਲਾ, ਰਾਤ ਦਾ ਚੌਥਾ ਪਹਿਰ। ਦਿਨ ਚੜ੍ਹਿਆ ਨਹੀਂ ਹਲੇ। ਸੁਬਾਹ ਮਤਲਬ ਸੁਬਾਹ, ਅੰਮ੍ਰਿਤ ਵੇਲੇ। ਸੁਰਤਿਆਂ, ਜਿਨ੍ਹਾਂ ਦੀਆਂ ਸੁਰਤਾਂ ਰੱਬ ਨਾਲ ਜੁੜੀਆਂ, ਉਹਨਾਂ ਨੂੰ ਚਾਅ ਪੈਦਾ ਹੁੰਦਾ ਉੱਠ ਕੇ ਉਹ ਨਾਮ ਨੂੰ ਸਲਾਹੁਣ ਦਾ, ਜਿਹੜਾ ਕਿ ਉਹਨਾਂ ਨੇ ਆਪਣੇ ਗੁਰੂ ਕਿਰਪਾ ਸਦਕਾ ਅੰਦਰੋਂ ਲੱਭਿਆ। ਕਹੋ ਸਤਨਾਮ ਹੈ ਸਾਡੇ ਅੰਦਰ। ਗੁਰੂ ਨਾਨਕ ਨੇ ਤਾਂ ਕੇਵਲ ਉਹਦੀ ਜਾਣਕਾਰੀ ਦਿੱਤੀ ਸਾਨੂੰ ਆ ਕੇ। ਦਸਾਂ ਜਾਮਿਆਂ ਵਿੱਚ ਵਰਤ ਕੇ ਜਿਹੜੀ ਚੀਜ਼ ਦਾ ਸੰਸਾਰ ਨੂੰ ਨਹੀਂ ਪਤਾ ਸੀਗਾ, ਥਾਂ ਥਾਂ 'ਤੇ ਜਾ ਕੇ ਗੁਰੂਆਂ ਨੇ ਉਹਦੇ ਬਾਰੇ ਗਾਈਡ ਕੀਤਾ ਵੀ ਆਹ ਹੈ ਰੱਬ, ਇਹ ਤੁਹਾਡੇ ਅੰਦਰ ਹੀ ਆ, ਤੁਸੀਂ ਅੰਦਰ ਜਾਓ। ਪੜ੍ਹੋ ਨੌਵੇਂ ਪਾਤਸ਼ਾਹ ਜੀ ਦੀ ਬਾਣੀ। ਕਾਹੇ ਰੇ ਬਨ ਖੋਜਣ ਜਾਹੀ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਹੀ। ਮਾਰ ਕੀ ਲੱਭਦਾ ਹੈ? ਉਹ ਤਾਂ ਤੇਰੇ ਅੰਦਰ ਹੀ ਆ। ਮਰਜ ਅੰਦਰ ਕਿੱਥੇ ਆ? ਸਾਨੂੰ ਦਿਸਦਾ ਨਹੀਂ ਗਾ। ਕਿੱਦਾਂ ਦਾ ਅੰਦਰ? ਜਿੱਦਾਂ ਪੋਹ ਮਾ ਜੋ ਬਾਸ ਬਸਤ ਹੈ, ਜਿਵੇਂ ਫੁੱਲਾਂ 'ਚ ਖੁਸ਼ਬੂ ਹੁੰਦੀ ਆ, ਖੁਸ਼ਬੂ ਦਿਸਦੀ ਆ ਕਿਤੇ, ਲੇਕਿਨ ਜਦੋਂ ਸਾਡੀ ਨਾਸਿਕਾ ਉਹਨੂੰ ਲੈਂਦੀ ਆ ਤੇ ਦੱਸ ਦਿੰਦੀ ਆ ਅੰਦਰੋਂ ਸੁਰਤ, ਬਈ ਇਹ ਗੁਲਾਬ ਦਾ ਫੁੱਲ ਹੈ, ਇਹ ਗੇਂਦੇ ਦਾ ਫੁੱਲ ਹੈ। ਕਹੋ ਸਤਨਾਮ ਸ੍ਰੀ।
ਤਾਂ ਪੋਹ ਮੱਧ ਫੁੱਲਾਂ ਵਿੱਚ ਜਿਵੇਂ ਖੁਸ਼ਬੂ ਹੁੰਦੀ ਹੈ, ਐਂ ਤੇਰੇ ਵਿੱਚ ਪਰਮੇਸ਼ਰ ਹੈ। ਪੋਹ ਮੱਧ ਜੋ ਬਾਸ ਵਸਤ ਹੈ, ਮੁਕਰਮਾ ਜੈਸੇ ਸ਼ਾਈ। ਫਿਰ ਵੀ ਕੋਈ ਹੋਰ ਜਾਣਕਾਰੀ, ਕਹਿੰਦੇ ਸ਼ੀਸ਼ਾ ਵੇਖ ਲਈ, ਜਿਵੇਂ ਸ਼ੀਸ਼ੇ 'ਚੋਂ ਤੈਨੂੰ ਤੇਰਾ ਪਰਛਾਵਾਂ ਦਿਸਦਾ, ਇਉਂ ਤੇਰਾ ਰੱਬ ਤੇਰੇ ਵਰਗਾ ਹੀ ਹੈ, ਬਾਹਰੋਂ ਲੱਭਣ ਦੀ ਲੋੜ ਨਹੀਂ। ਕਹੋ ਸਤਿਨਾਮ ਸ੍ਰੀ। ਧੰਨੇ ਨੂੰ ਧੰਨੇ ਵਰਗਾ ਬਣ ਕੇ ਮਿਲਿਆ। ਕਬੀਰ ਸਾਹਿਬ ਦੇ ਘਰੇ ਕਬੀਰ ਬਣ ਕੇ ਲੰਗਰ ਚਲਾ ਗਿਆ, ਲੜਕੀ ਦਾ ਵਿਆਹ ਕਰ ਗਿਆ। ਨਾਮਦੇਵ ਨੂੰ ਤਾਂ ਕਈ ਸਰੂਪਾਂ 'ਚ ਮਿਲਿਆ। ਭਾਈ ਕਨ੍ਹਈਆ ਜੀ ਨੂੰ ਤਾਂ ਸਾਰੀਆਂ ਦੁਸ਼ਮਣਾਂ ਵਿੱਚੋਂ ਵੀ ਉਹ ਦਿਸਣ ਲੱਗਿਆ। ਕਹੋ ਸਤਿਨਾਮ ਸ੍ਰੀ। ਇਸ ਕਰਕੇ ਪਾਤਸ਼ਾਹ ਕਹਿੰਦੇ ਉਹ ਤੇਰੇ ਨਾਲ ਹੀ ਹੈ। ਪੋਹ ਪਮੱਧ ਜੋ ਵਾਸ ਵਸਤ ਹੈ, ਮੁਕਰ ਮਾਹੇ ਜੈਸੇ ਸ਼ਾਹੀ। ਤੈਸੇ ਹੀ ਹਰ ਵਸੈ ਨਿਰੰਤਰ, ਘਟ ਹੀ ਖੋਜੋ ਭਾਈ। ਮੇਰੇ ਪ੍ਰੀਤਮ ਜੀ ਅੱਗੇ ਕਹਿੰਦੇ, ਚੌਥੇ ਪੈਰ ਸੁਬਾਹ ਕੈ ਸੁਰਤਿਆਂ ਉਪਜੈ ਚਾਓ। ਜਿਨ੍ਹਾਂ ਦੇ ਅੰਦਰ ਰੱਬ ਨੂੰ ਪਾਉਣ ਦੀ ਇੱਛਾ ਪੈਦਾ ਹੋ ਗਈ, ਜਿਹੜੇ ਇਸ ਰਸਤੇ 'ਤੇ ਚੱਲ ਪਏ, ਉਹਨਾਂ ਨੂੰ ਨੀਂਦ ਕਿੱਥੇ ਆਉਂਦੀ ਆ। ਕਹੋ ਸਤਿਨਾਮ। ਸੁਰਤਿਆਂ ਉਪਜੈ ਚਾਓ, ਉਹਨਾਂ ਨੂੰ ਤੜਕੇ ਚਾਹ ਪੈਦਾ ਹੋ ਜਾਂਦਾ ਹੈ। ਉਹ ਉੱਠਦੇ ਆ, ਪਰਮੇਸ਼ਰ ਨਾਲ ਜੁੜਦੇ ਆ, ਤੇ ਉੱਠਣ ਸਾਰ ਕੀ ਕਰਦੇ ਆ, ਤਿੰਨਾਂ ਦਰਿਆਵਾਂ ਸਿਓ ਦੋਸਤੀ। ਹੁਣ ਇੱਥੇ ਦਰਿਆ ਵੀ ਦੋ ਤਰ੍ਹਾਂ ਦੇ ਆ, ਇੱਕ ਪਾਣੀ ਦੇ ਦਰਿਆ ਹੈ, ਇੱਕ ਬ੍ਰਹਮ ਗਿਆਨੀ ਦਰਿਆ ਹੈ, ਚੱਲਦੇ ਫਿਰਦੇ। ਕਹੋ ਸਤਿਨਾਮ ਸ੍ਰੀ। ਇੱਕ ਗੰਗਾ ਉਧਰ ਵਗਦੀ ਆ ਆਪਣੇ ਲਖਨਊ ਕੰਨੀ, ਹਰਿਦੁਆਰ ਕੰਨੀ, ਤੇ ਇੱਕ ਗੰਗਾ ਬਾਬੇ ਨਾਨਕ ਨੇ ਚਲਾਈ ਆ ਭਗਤੀ ਦੀ ਲਹਿਰ, ਭਗਤੀ ਦੀ ਗੰਗਾ। ਕਹੋ ਸਤਿਨਾਮ ਸ੍ਰੀ। ਉਹ ਗੰਗਾ ਇੱਕ ਥਾਂ ਤੇ ਆ, ਪਰ ਇਹ ਗੰਗਾ ਸ੍ਰਿਸ਼ਟੀ ਵਿੱਚ ਫੈਲ ਚੁੱਕੀ ਆ। ਉੱਥੇ ਇਸ਼ਨਾਨ ਕਰਨ ਵਾਲੇ ਆਪਣੇ ਸਰੀਰ ਦੀਆਂ ਮੈਲਾਂ ਲਾਉਂਦੇ ਆ। ਇਸ ਗੰਗਾ, ਇਸ ਦਰਿਆ ਵਿੱਚ ਨਹਾਉਣ ਵਾਲੇ ਆਪਣੇ ਮਨ ਦੀਆਂ ਮੈਲਾਂ ਵੀ ਲਾ ਲੈਂਦੇ ਆ। ਕਹੋ ਸਤਿਨਾਮ ਸ੍ਰੀ। ਤਿੰਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁਖ ਸੱਚਾ ਨਾਓ। ਤੇ ਉਹ ਫਿਰ ਉੱਠ ਕੇ ਪਾਣੀ ਨਾਲ ਪਿਆਰ ਕਰਦੇ ਆ। ਦੂਸਰਾ ਅਰਥ, ਗੁਰਮੁਖਾਂ ਦੀ ਸੰਗਤ ਕਰਦੇ ਹੈ। ਇਹ ਗੁਰਮੁਖ ਚੱਲਦੇ ਫਿਰਦੇ ਦਰਿਆ ਹੈ। ਕਹੋ ਸਤਿਨਾਮ ਸ੍ਰੀ। ਇਹ ਚੱਲਦੇ ਫਿਰਦੇ ਦਰਿਆ ਹੈ। ਨਾਮ ਜਪਣ ਵਾਲੀਆਂ ਰੂਹਾਂ, ਜਿਵੇਂ ਭਗਤਾਂ ਨੇ, ਫਕੀਰਾਂ ਨੇ, ਗੁਰੂਆਂ ਨੇ ਉਦਾਸੀਆਂ ਲਾਈਆਂ, ਚੱਕਰ ਲਾਏ, ਉਹ ਚੱਲਦੇ ਫਿਰਦੇ ਦਰਿਆ ਨੇ। ਉਹਨਾਂ ਲੋਕਾਂ ਕੋਲੇ ਪਹੁੰਚੇ ਜਿਨ੍ਹਾਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਰੱਬ ਦੇ ਬਾਰੇ, ਤੇ ਉਹਨਾਂ ਨੂੰ ਜਾਣਕਾਰੀ ਦਿੱਤੀ। ਖੈਰ, ਤਾਂ ਜਿਹਨਾਂ ਦੇ ਅੰਦਰ ਚਾਅ ਪੈਦਾ ਹੁੰਦਾ ਪਰਮੇਸ਼ਰ ਨੂੰ ਪਾਉਣ ਦਾ, ਉਹ ਉੱਠ ਕੇ ਪਰਮੇਸ਼ਰ ਨਾਲ ਜੁੜਨਾ ਕਰਦੇ ਹਨ। ਉਥੈ ਅੰਮ੍ਰਿਤ ਵੰਡੀਐ, ਕਰਮੀ ਹੋਏ ਪਸਾਓ। ਉਥੈ ਕਿੱਥੇ? ਜਿੱਥੇ ਗੁਰਮੁਖ ਬੈਠੇ ਆ, ਇੱਥੇ ਗੁਰੂ ਨਾਨਕ ਦੇ ਚਰਨਾਂ 'ਚ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ, ਉੱਥੇ ਉੱਠ ਕੇ ਜਾਂਦੇ ਆ। ਫਿਰ ਜਿਵੇਂ ਤੁਸੀਂ ਤੜਕੇ ਆ ਕੇ ਬੈਠ ਗਏ, ਜਿਨ੍ਹਾਂ ਦੇ ਅੰਦਰ ਚਾਅ ਪੈਦਾ ਹੁੰਦਾ, ਉਹ ਤੜਕੇ ਉੱਠ ਕੇ ਫਿਰ ਗੁਰੂ ਦਰਿਆ ਕੋਲੇ ਜਾਂਦੇ ਆ। ਗੁਰ ਸਾਗਰ ਰਤਨੀ ਭਰਪੂਰੇ। ਉਹ ਸਾਗਰ ਦੇ ਵਿੱਚ ਮੋਤੀ ਆਦਿ 9 ਰਤਨ ਹਨ। ਗੋਮੇਦ, ਪੰਨਾ, ਉਹ ਪੱਥਰ ਦਰਿਆ ਵਿੱਚ ਹੈ। ਬਹੁਤ ਕੁਝ ਆ ਉਹਦੇ ਵਿੱਚ ਵੀ, ਤੇ ਇਹਦੇ ਵਿੱਚ ਵੀ ਬਹੁਤ ਕੁਝ ਹੈ। ਗੁਰ ਸਾਗਰ ਰਤਨੀ ਭਰਪੂਰੇ, ਇਹ ਰਤਨਾਂ ਦਾ ਭਰਿਆ, ਇਹਦੇ ਵਿੱਚੋਂ ਗੁਣ ਮਿਲਨੇ ਆ ਸਾਨੂੰ। ਤਾਂ ਉਹ ਉੱਠ ਕੇ ਤੜਕੇ ਫਿਰ ਗੁਰਮੁਖਾਂ ਦੀ ਸੰਗਤ ਕਰਦੇ ਆ, ਜਿਨ੍ਹਾਂ ਦੇ ਅੰਦਰ ਚਾਅ ਪੈਦਾ ਹੋਇਆ। ਪ੍ਰੀਤਮ ਜੀ ਕਹਿੰਦੇ, ਉੱਥੇ ਬੈਠ ਕੇ ਫਿਰ ਕੀ ਕਰਦੇ ਆ ਉਹ? ਉੱਥੇ ਅੰਮ੍ਰਿਤ ਵੰਡੀਐ। ਉੱਥੇ ਫਿਰ ਅੰਮ੍ਰਿਤ ਮਿਲਦਾ ਹੈ। ਤੇ ਅੰਮ੍ਰਿਤ ਵੈਸੇ 5 ਪਿਆਰਿਆਂ ਕੋਲੋਂ ਵੀ ਮਿਲਦਾ, ਇੱਕ ਉਹ ਵੀ ਅੰਮ੍ਰਿਤ ਹੈ, ਇੱਕ ਇਹ ਬਾਣੀ ਵੀ ਅੰਮ੍ਰਿਤ ਹੈ। ਇਹ ਅੰਮ੍ਰਿਤ ਅਮਰ ਕਰਨ ਵਾਲੇ ਬਚਨ ਬਾਣੀ ਦੇ, ਇਹ ਅੰਮ੍ਰਿਤ ਮਿਲਦਾ ਹੈ। ਉੱਥੇ ਅੰਮ੍ਰਿਤ ਵੰਡੀਐ, ਕਰਮੀ ਹੋਏ ਪਸਾਓ। ਤੇ ਚੰਗੇ ਕਰਮਾਂ ਵਾਲਿਆਂ ਦੇ ਕਰਮ ਹੋਰ ਵੀ ਵੱਧਦੇ ਹਨ। ਪਸਾਓ ਹੁੰਦਾ ਪਸਾਰਾ। ਜਿਵੇਂ ਜਿਵੇਂ ਆਪਾਂ ਕਥਾ ਕਰਦੇ ਹਾਂ ਜਾਂ ਸੁਣਦੇ ਹਾਂ ਨਾ, ਆਪਣੇ ਅੰਦਰ ਇਹ ਗਿਆਨ ਹੋਰ ਵੀ ਵੱਧਦਾ ਜਾਂਦਾ। ਇਹ ਖਜ਼ਾਨਾ ਮੁੱਕਣ ਵਾਲਾ ਨਹੀਂ ਹੈ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ,
ਤਾਂ ਮੇਰਾ ਮਨ ਭਇਆ ਨਿਧਾਨਾ। ਰਤਨ ਲਾਲ ਜਾਤਾ ਕਛੂ ਨਾ ਮੋਲ, ਭਰੇ ਭੰਡਾਰ ਅਖੁੱਟ ਅਤੋਲ। ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਈਤ ਖਜ਼ਾਨਾ ਲਿਆ ਰਲਾਏ। ਉਹ ਇਸ ਖਜ਼ਾਨੇ ਦੇ ਸਾਂਝੀਵਾਲ ਬਣ ਗਏ ਆਪਾਂ ਸਾਰੇ। ਜਿਨ੍ਹਾਂ ਦੇ ਵੱਡੇ ਭਾਗ ਹਨ ਉਹ ਹੀ ਗੁਰਬਾਣੀ ਦੇ ਮਾਲਕ ਬਣ ਗਏ। ਇੱਕ ਬੱਚੀ ਜਦ ਉਹਦੀ ਸ਼ਾਦੀ ਹੋ ਗਈ, ਆਪਣੇ ਪਤੀ 'ਤੇ ਡਿਪੈਂਡ ਹੋ ਕੇ ਆਪਣੇ ਪੇਕੇ ਨਾਨਕੇ ਦਾਦਕੇ ਸਭ ਛੱਡ ਕੇ ਚਲੀ ਗਈ, ਤਾਂ ਪਤੀ ਦੇ ਸਮਾਨ ਦੀ ਮਾਲਕ ਵੀ ਤਾਂ ਬਣ ਗਈ ਨਾ ਉਹ। ਕੋ ਸਤਨਾਮ ਸੀ। ਤੋ ਸਤਿਗੁਰਾਂ ਨੇ ਗੁਰਸਿੱਖ ਨੂੰ, ਆਪਣੇ ਪਿਆਰੇ ਨੂੰ ਆਪਣਾ ਪੁੱਤਰ ਬਣਾ ਕੇ ਆਪਣੀ ਸੰਪਤੀ ਦਾ ਮਾਲਕ ਵੀ ਬਣਾਇਆ। ਇਹਨੂੰ ਸੰਭਾਲਣਾ ਵੀ ਤਾਂ ਗੁਰਸਿੱਖਾਂ ਨੇ ਹੈ। ਕੋ ਸਤਨਾਮ ਸੀ। ਪੁੱਤਰ ਜੋ ਹੋਏ ਅਸੀਂ ਉਸ ਦੇ, ਤੇ ਸੰਪਤੀ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਦਿੱਤੀ ਹੈ ਬਾਣੀ ਦੇ ਰੂਪ 'ਚ, ਇਹਦੀ ਸੰਭਾਲ ਤੇ ਇਹਦੇ ਸਾਂਝੀਵਾਲ ਵੀ ਆਪਾਂ ਹੀ ਬਣਨਾ। ਕੋ ਸਤਨਾਮ ਸੀ। ਹੋਰ ਕਿਹਨੇ ਸੰਭਾਲਣਾ? ਇਸ ਕਰਕੇ ਪਾਤਸ਼ਾਹ ਕਹਿੰਦੇ ਉਹ ਉੱਠ ਕੇ ਫਿਰ ਗੁਰਮੁਖਾਂ ਦੀ ਸੰਗਤ ਕਰਦੇ ਹੈ। ਤਿੰਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁਖ ਸੱਚਾ ਨਾਉ। ਜਿਨ੍ਹਾਂ ਦੇ ਮਨ ਅਤੇ ਮੁਖ ਵਿੱਚ, ਇਹਨੂੰ ਮਨਮੁਖ ਇਕੱਠਾ ਨਹੀਂ ਕਹਿਣਾ, ਇਕੱਠਾ ਮਨਮੁਖ ਕਹੋਗੇ ਤੇ ਸ਼ਬਦ ਬਿਲਕੁਲ ਹੀ ਐਂਟੀ ਹੋ ਜਾਣਾ। ਇਹਦਾ ਅਰਥ ਹੈ ਉਹਨਾਂ ਦੇ ਮਨ ਵਿੱਚ, ਉਹਨਾਂ ਦੇ ਮੁਖ ਵਿੱਚ। ਜਿਨ੍ਹਾਂ ਮਨ ਮੁਖ ਸੱਚਾ ਨਾਉ, ਉਥੈ ਅੰਮ੍ਰਿਤ ਵੰਡੀਐ। ਕਰਮੀ ਹੋਏ ਪਸਾਓ, ਤੇ ਉਹਨਾਂ ਦੇ ਕਰਮ ਹੋਰ ਵੀ ਵਾਧੇ ਹਨ। ਕੰਚਨ ਕਾਇਆ ਕੱਸੀਐ, ਵੰਨੀ ਚੜ੍ਹੈ ਚੜਾਓ। ਜਿਵੇਂ ਸੁਨਿਆਰਾ ਸੋਨੇ ਨੂੰ ਅੱਗ ਵਿੱਚ ਪਾ ਪਾ ਕੇ, ਤੇਜ਼ਾਬਾਂ 'ਚ ਪਾ ਪਾ ਕੇ, ਥੋੜੇ ਨਾਲ ਕੁੱਟ ਕੁੱਟ ਕੇ ਉਸ ਨੂੰ ਕੱਸਦਾ ਹੈ, ਭਾਵ ਉਸ ਦੀ ਸੁਧਾਈ ਕਰਦਾ ਤੇ 12 ਬੰਨੀਆਂ ਦਾ ਬਣਾ ਦਿੰਦਾ। ਇਸੇ ਤਰ੍ਹਾਂ ਇੱਥੇ ਸਿੱਖ ਨੂੰ ਕੱਸਿਆ ਜਾਂਦਾ ਹੈ, ਜਿਵੇਂ ਭਾਈ ਮੰਝ ਨੂੰ ਕੱਸਿਆ। ਕਹੋ ਸਤਨਾਮ ਸ੍ਰੀ। ਜਿਵੇਂ ਭਾਈ ਮੰਝ ਨੂੰ ਕਸੌਟੀਆਂ ਲਾਈਆਂ, ਭਾਈ ਮੰਝ ਜਿਹੜਾ ਕਿ ਪਾਤਸ਼ਾਹ ਕੋਲੇ ਆਇਆ, ਕਹਿੰਦਾ ਮੈਂ ਤੁਹਾਡੇ ਬਚਨ ਸੁਣ ਕੇ ਨਿਹਾਲ ਹੋਇਆ, ਮੈਂ ਤੁਹਾਡਾ ਸਿੱਖ ਬਣਨਾ। ਪਾਤਸ਼ਾਹ ਕਹਿੰਦੇ ਜਿਹਦਾ ਸਿੱਖ ਹੈਗਾ ਉਸੇ ਦਾ ਰਹਿ। ਸਰਬਰੀਆਂ ਦਾ ਚੇਲਾ ਸੀਗਾ, ਕਹਿੰਦਾ ਨਹੀਂ ਜੀ ਮੈਨੂੰ ਤੁਹਾਡੇ ਬਚਨ ਸਹੀ ਲੱਗਦੇ ਆ, ਮੈਂ ਤਾਂ ਤੁਹਾਡਾ ਸਿੱਖ ਬਣਨਾ। ਕਹਿੰਦੇ ਫਿਰ ਉਹਨਾਂ ਨੂੰ ਛੱਡ ਕੇ ਆ ਮਿੱਤਰਾ, ਇੱਕ ਪਾਸੇ ਹੋਣਾ ਪੈਣਾ। ਕਹੋ ਸਤਨਾਮ ਸ੍ਰੀ। ਜੋ ਸਰਬਰੀਆਂ ਦਾ ਸਮਾਨ ਆ ਉਹ ਦਰਿਆ ਵਿੱਚ ਸਿੱਟ ਕੇ ਆ। ਸਰਬਰੀਆਂ ਪੀਰਾਂ ਦੇ ਚੇਲਿਆਂ ਦਾ ਇਹ ਜਰਨੈਲ ਸੀ, ਮੁਖੀ ਸੀਗਾ, ਤੇ ਘਰੇ ਜਾ ਕੇ ਸਭ ਕੁਝ ਬੰਨ੍ਹ ਲਿਆ। ਪੰਡ ਬੰਨ੍ਹ ਲਈ, ਜਿਹੜੀ ਮੜੀ ਮਸਾਣੀ ਬਣੀ ਸੀ ਉਹ ਢਾਹ ਕੇ ਖੇਸ ਵਿੱਚ ਬੰਨ੍ਹ ਲਈ, ਸਿਰ 'ਤੇ ਪੰਡ ਚੱਕ ਲਈ। ਘਰ ਦੇ ਲੜਨ ਲੱਗੇ, ਆਂਢੀ ਗੁਆਂਢੀ ਲੜ ਕੇ, ਮੂਰਖ ਹੋਇਆ ਤੂੰ ਕੀ ਕਰੀ ਜਾਂਦਾ? ਕਹਿੰਦਾ ਨਹੀਂ, ਮੈਂ ਇਹਨੂੰ ਨਹੀਂ ਮੰਨਦਾ, ਮੈਂ ਜਿਹਨੂੰ ਮੰਨਣਾ ਮੈਂ ਉਸੇ ਦਾ ਹੋ ਗਿਆ, ਹੁਣ ਮੈਂ ਇਹਨੂੰ ਘਰੇ ਨਹੀਂ ਰੱਖਣਾ। ਉਹਨੇ ਉਹ ਸਾਰੀ ਪੰਡ ਬੰਨੀ ਸਮਾਨ ਦੀ, ਦਰਿਆ ਵਿੱਚ ਸਿੱਟੀ ਤੇ ਗੁਰੂ ਅਰਜਨ ਦੇਵ ਜੀ ਕੋਲ ਆ ਗਿਆ। ਤੇ ਫਿਰ ਉਹਨਾਂ ਨੇ ਕਸੌਟੀਆਂ ਲਾਈਆਂ, ਤੇ ਕਸੌਟੀਆਂ ਲਾ ਲਾ ਕੇ, ਤੇ ਜਦੋਂ ਖਰਾ ਹੋ ਗਿਆ ਭਾਈ ਮੰਝ, ਆਖਰੀ ਗੱਲ ਕਰਾਂ ਮੈਂ ਕਿਉਂਕਿ ਸਮਾਂ ਸਮਾਪਤੀ 'ਤੇ ਹੀ ਆ। ਜਦੋਂ ਖਰਾ ਹੋ ਗਿਆ ਤੇ ਉਹਨੇ ਖੂਹ 'ਚੋਂ ਬਾਹਰ ਕੱਢ ਕੇ ਭਾਈ ਮੰਝ ਨੂੰ ਲਾ ਕੇ ਛਾਤੀ ਨਾਲ ਕੀ ਕਿਹਾ ਪੰਜਵੇਂ ਪਾਤਸ਼ਾਹ ਨੇ? ਮੰਝ ਪਿਆਰਾ ਗੁਰੂ ਕੋ, ਗੁਰੂ ਮੰਝ ਪਿਆਰਾ। ਮੰਝ ਗੁਰੂ ਕਾ ਬੋਹਿਤਾ, ਜਗ ਲੰਘਣ ਹਾਰਾ। ਉਹ ਤੂੰ ਤਾਂ ਮੇਰਾ ਸਮੁੰਦਰੀ ਬੇੜਾ ਬਣ ਗਿਆ, ਹੁਣ ਤਾਂ ਦੁਨੀਆ ਵੀ ਤੇਰੀ ਸੰਗਤ ਕਰਕੇ ਪਾਰ ਹੋਵੇਗੀ। ਤਾਂ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ, ਕੰਚਨ ਕਾਇਆ ਕੱਸੀਐ, ਵੰਨੀ ਚੜ੍ਹੈ ਚੜਾਓ। ਉਹਨਾਂ ਗੁਰਮੁਖਾਂ ਨੂੰ ਵੀ ਰੰਗ ਚੜ੍ਹਦਾ ਜਾਂਦਾ ਹੈ। ਜੇ ਹੋਵੇ ਨਦਰ ਸਰਾਫ ਕੀ, ਬਹੁੜ ਨਾ ਪਾਈ ਤਾਓ। ਤੇ ਜਿਨ੍ਹਾਂ ਤੇ ਸਰਾਫ ਦੀ ਨਜ਼ਰ ਹੋ ਗਈ, ਇੱਥੇ ਸਰਾਫ ਗੁਰੂ ਹੈ, ਉੱਥੇ ਸਰਾਫ ਸੁਨਿਆਰਾ ਹੈ। ਸੋਨਾ ਸ਼ੁੱਧ ਹੋ ਗਿਆ, ਮੋਹਰ ਲਾ ਕੇ ਪੇਟੀ 'ਚ ਰੱਖਤਾ, ਖਰਾ ਸੋਨਾ ਹੈ। ਤੇ ਜਿਹੜਾ ਜੀਵ ਸ਼ੁੱਧ ਹੋ ਗਿਆ, ਉਹਨੂੰ ਗੁਰੂ ਨੇ ਆਪਣੇ ਵਿੱਚ ਮਿਲਾ ਲਿਆ, ਇਹ ਵੀ ਸ਼ੁੱਧ ਹੋ ਗਿਆ। ਇਹਨੂੰ ਹੁਣ ਦੂਜੀਆਂ ਜੂਨਾਂ ਵੀ ਜਾਣ ਦੀ ਜ਼ਰੂਰਤ ਨਹੀਂ ਹੈ। ਕਹੋ ਸਤਨਾਮ ਸ੍ਰੀ। ਹੋਵੇ ਨਦਰ ਸਰਾਫ ਕੀ, ਤਾਂ ਬਹੁੜ ਨਾ ਪਾਈ ਤਾਓ। ਸੱਤੀ ਪੈਰੀ ਸੱਤ ਭਲਾ। ਦੂਜੇ ਪਾਤਸ਼ਾਹ ਕਹਿੰਦੇ ਸਿੱਖੋ, ਸੱਤਾਂ ਪੈਰਾਂ ਵਿੱਚ ਸੱਚ ਬੋਲਣਾ ਚਾਹੀਦਾ। ਕੱਲ੍ਹ ਵੀ ਸੱਚ ਦੀ ਗੱਲ ਕੀਤੀ ਸੀ, ਕਿਉਂਕਿ ਲੜੀ ਉਹੀ ਚੱਲ ਰਹੀ ਹੈ, ਵਿਚਾਰ ਉਹੀ ਚੱਲ ਰਹੀ ਹੈ। ਅੱਠਾਂ ਪੈਰਾਂ ਦੀ ਗੱਲ ਕੀਤੀ, ਅੰਮ੍ਰਿਤ ਵੇਲੇ ਉੱਠ ਕੇ ਨਾਮ ਨਾਲ ਜੁੜਨਾ ਹੈ। ਬਾਕੀ ਰਹਿੰਦੇ 7 ਪੈਰ ਵੀ ਸੱਚ ਬੋਲਣਾ, ਸੱਚ ਨਾਲ ਜੁੜਨਾ, ਸੱਚ ਬੋਲਣਾ, ਨਾਮ ਜਪਣਾ। ਸੱਤੀ ਪੈਰੀ ਸੱਤ ਭਲਾ, ਬਹੀਆ ਪੜ੍ਹਿਆ ਪਾਸ। ਜਿਹੜੇ ਸੰਗਤ ਵੀ ਕਰਨੀ ਹੈ ਤੇ ਰੱਬ ਦੇ ਪਿਆਰਿਆਂ ਦੀ ਕਰਨੀ ਆ, ਚੰਗੀ ਸੰਗਤ ਕਰਨੀ ਆ। ਪੜ੍ਹਨ, ਪੜ੍ਹੇ ਲਿਖੇ ਦਾ ਮਤਲਬ ਇਹ ਨਹੀਂ ਕਿ ਕੋਈ ਦੂਸਰੀ ਅੰਗਰੇਜ਼ੀ ਪੜ੍ਹਿਆ ਹੋਰ ਪੜ੍ਹਿਆ।
ਭਾਵ ਇੱਥੇ ਗੁਰਮੁਖਾਂ ਤੋਂ ਹੈ, ਗੁਰਮੁਖਾਂ ਦੀ ਸੰਗਤ ਕਰਨੀ ਹੈ। ਉੱਥੇ ਜਾ ਕੇ ਬੈਠਣਾ ਜਿੱਥੇ ਚੰਗੇ ਮਾੜੇ ਦੀ ਪਛਾਣ ਵੀ ਹੋਵੇ। ਪਾਪ ਪੁੰਨ ਉੱਥੇ ਪਾਪ ਪੁੰਨ ਵਿਚਾਰੀਐ, ਕੂੜੈ ਘਟੈ ਰਾਸ। ਜਿੱਥੇ ਚੰਗੇ ਮਾੜੇ ਦੀ ਪਛਾਣ ਹੋਵੇ, ਝੂਠ ਨੂੰ ਛੱਡਿਆ ਜਾਵੇ, ਸੱਚ ਨੂੰ ਗ੍ਰਹਿਣ ਕੀਤਾ ਜਾਵੇ, ਝੂਠ ਦੀ ਰਾਸੀ ਖਤਮ ਕੀਤੀ ਜਾਵੇ, ਉੱਥੇ ਖੋਟੇ ਸੱਟੀਐ, ਖਰੇ ਕੀਤੇ ਸ਼ਾਬਾਸ਼। ਉੱਥੇ ਜਾ ਕੇ ਬੈਠੋ ਜਿੱਥੇ ਤੁਹਾਨੂੰ ਖਰਾ ਮਿਲੇ ਤੇ ਖੋਟਾ ਛੱਡਿਆ ਜਾਵੇ, ਕਿਉਂਕਿ ਰੱਬ ਦੀ ਦਰਗਾਹ ਵਿੱਚ ਖੋਟਿਆਂ ਨੂੰ ਕੋਈ ਥਾਂ ਨਹੀਂ, ਉੱਥੇ ਖਰਿਆਂ ਨੂੰ ਥਾਂ ਹੈ। ਉੱਥੇ ਖੋਟੇ ਸੱਟੀਐ, ਖਰੇ ਕੀਤੇ ਸ਼ਾਬਾਸ਼। ਖਰਿਆਂ ਨੂੰ ਸ਼ਾਬਾਸ਼ੇ ਦੇ ਕੇ ਆਪਣੇ ਵਿੱਚ ਮਿਲਾਉਂਦਾ। ਬਾਕੀ ਪਰਮੇਸ਼ਰ ਦੀ ਸਿਫਤ ਕਰਿਆ ਕਰੋ। ਬੋਲਣ ਫਾਜ਼ਿਲ ਨਾਨਕਾ, ਦੁੱਖ ਸੁੱਖ ਖਸਮੇ ਪਾਸ। ਕੋਈ ਦੁੱਖ ਆਉਂਦਾ, ਕੋਈ ਸੁੱਖ ਆਉਂਦਾ ਤਾਂ ਗੁਰੂ ਕੋਲੇ ਆ ਕੇ ਅਰਦਾਸ ਕਰੋ। ਐਵੇਂ ਲੋਕਾਂ ਕੋਲੇ ਕਿਆ ਦੱਸਣਾ? ਲੋਕਾਂ ਨੂੰ ਦੱਸਾਂਗੇ ਤਾਂ ਕਈ ਲੋਕ ਤਾਂ ਮਜ਼ਾਕ ਹੀ ਡਾਉਣਗੇ। ਹੁਣ ਪਤਾ ਲੱਗੂ ਇਸ ਨੂੰ ਕੋ ਸਤਨਾਮ। ਇਸ ਕਰਕੇ ਮਨ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ। ਇਸ ਕਰਕੇ ਸਿੱਖਾ ਜੋ ਵੀ ਗੱਲ ਕਹਿਣੀ ਹੈ ਗੁਰੂ ਨੂੰ ਕਿਹਾ ਕਰ। ਇਹ ਗੁਰੂ ਤੇਰੇ ਕਾਰਜ ਸਾਰੇ ਰਸ ਕਰਦਾ। ਇਹ ਸੀ ਸ਼ਬਦ ਦੇ ਵਿਚਾਰ। ਸੰਖੇਪ ਦੇ ਵਿੱਚ ਆਪਾਂ ਸਰਵਣ ਕੀਤੀ। ਅੱਗੇ ਫਿਰ ਦੂਸਰੇ ਪਾਤਸ਼ਾਹ ਕੁਝ ਵਿਚਾਰਾਂ ਬਖਸ਼ਦੇ ਆ। ਉਹਨਾਂ ਦੇ ਕੋਲ ਕੋਈ ਜੋਗੀ ਆਉਂਦੇ ਆ, ਸਿੱਧ ਆਉਂਦੇ ਆ, ਪਰਖਣ ਆਉਂਦੇ ਆ ਕਿ ਕੀ ਗੁਰੂ ਅੰਗਦ ਦੇਵ ਗੁਰੂ ਨਾਨਕ ਵਰਗਾ ਹੀ ਆ। ਤਾਂ ਫਿਰ ਉਹਨਾਂ ਨੇ ਕਿਵੇਂ ਦੱਸਿਆ, ਉਹਨਾਂ ਨੂੰ ਕੀ ਗਿਆਨ ਬਖਸ਼ਿਆ, ਇਹ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਵਿਚਾਰਾਂ ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।